नमस्कार। आरएनए यानी रिसर्च एंड एनालिसिस टीवी ਦੇ ਪ੍ਰੋਗਰਾਮ ਤੀਜਾ ਨੇਤਰ ਵਿਜ਼ਨ ਅਨਲਿਮਟਿਡ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਚੱਲ ਰਹੀਆਂ ਰਾਜਨੀਤਿਕ ਸਰਗਰਮੀਆਂ ਦੀ। ਤੇ ਜਦੋਂ ਰਾਜਨੀਤਿਕ ਸਰਗਰਮੀ ਦੀ ਗੱਲ ਕਰਦੇ ਹਾਂ, ਬਿਹਾਰ ਕਿਉਂਕਿ ਪਹਿਲਾ ਪ੍ਰਾਂਤ ਹੈ ਜਿੱਥੇ ਪੈਂਡੈਮਿਕ ਤੋਂ ਬਾਅਦ ਚੋਣਾਂ ਹੋਣ ਜਾ ਰਹੀਆਂ। ਬਿਲਕੁਲ ਪਿਛਲੇ ਕੱਲ ਕੈਂਪੇਨ ਜਿਹੜਾ ਸੀਗਾ ਫਸਟ ਫੇਜ਼ ਦੇ ਇਲੈਕਸ਼ਨਸ ਵਾਸਤੇ ਖਤਮ ਹੋ ਗਿਆ। ਜਿਉਂ-ਜਿਉਂ ਸਰਗਰਮੀਆਂ ਵਧੀਆਂ ਨਾ ਦੋਸਤੋ, ਤਾਂ ਜਿਹੜਾ ਫੋਕਸ ਸੀਗਾ ਉਹ ਲੋਕਲ ਇਸ਼ੂਜ਼ ਦੇ ਉੱਪਰ ਸ਼ਿਫਟ ਹੋਣਾ ਸ਼ੁਰੂ ਹੋ ਗਿਆ। ਹੁਣ ਲੋਕਲ ਇਸ਼ੂਜ਼ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਤਾਂ ਖਾਸ ਤੌਰ ਦੇ ਉੱਤੇ ਪੈਂਡੈਮਿਕ ਨੇ ਨੌਕਰੀਆਂ ਨੂੰ ਬਹੁਤ ਖਾਧਾ ਹੈਗਾ। ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਨੌਕਰੀਆਂ ਦੇ ਚੱਕਰ ਦੇ ਵਿੱਚ ਪੂਰੇ ਦਾ ਪੂਰਾ ਬਿਹਾਰ ਕਿਵੇਂ ਵੱਡੇ ਸ਼ਹਿਰਾਂ ਤੋਂ ਵਾਪਸ ਆਪਣੇ ਜਿਹੜੇ ਪਿੰਡੂ ਖੇਤਰ ਸੀ ਉਹਨਾਂ ਵੱਲ ਵਾਪਸ ਆਇਆ। ਤੇ ਨੌਕਰੀਆਂ ਇੱਕ ਬਹੁਤ ਵੱਡੀ ਸਮੱਸਿਆ ਕੋਵਿਡ-19 ਦੀ ਜਿਹੜੀ ਸਾਡੀ ਆਰਥਿਕਤਾ ਹੈਗੀ ਹੈ, ਜਿਸ ਤਰੀਕੇ ਦੇ ਨਾਲ ਉਹਨੇ ਪ੍ਰਭਾਵਿਤ ਕੀਤਾ ਕੋਵਿਡ-19 ਨੇ, ਉਸ ਤੋਂ ਬਾਅਦ ਨੌਕਰੀਆਂ ਦਾ ਵਿਸ਼ਾ ਜਿਹੜਾ ਸੀਗਾ ਉਹਦੀ ਇੰਪੋਰਟੈਂਸ ਉਹ ਬਹੁਤ ਜ਼ਿਆਦਾ ਵੱਧ ਗਈ। ਤੇ ਹੁਣ ਹੋਇਆ ਕੀ ਹੈਗਾ ਉੱਥੇ ਕਿ ਪਹਿਲਾਂ ਤੇਜਸਵੀ ਯਾਦਵ ਨੇ ਇਹ ਗੱਲ ਕਹੀ ਕਿ 10 ਲੱਖ ਸਰਕਾਰੀ ਨੌਕਰੀਆਂ ਉਹ ਜਿਸ ਦਿਨ ਸੱਤਾ ਦੇ ਵਿੱਚ ਆਣਗੇ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ 10 ਲੱਖ ਸਰਕਾਰੀ ਨੌਕਰੀਆਂ ਦਾ ਜਿਹੜਾ ਉਹ ਐਲਾਨ ਕਰਨਗੇ, ਨੌਜਵਾਨਾਂ ਨੂੰ ਦੇਣਗੇ। ਬੀਜੇਪੀ ਕਿਵੇਂ ਪਿੱਛੇ ਰਹਿ ਸਕਦੀ ਸੀ? ਬੀਜੇਪੀ ਨੇ ਵੀ ਨਾਲ ਦੀ ਨਾਲ ਵੱਧ ਚੜ ਕੇ ਐਲਾਨ ਕਰ ਦਿੱਤਾ ਕਿ ਤੇਜਸਵੀ ਯਾਦਵ ਤਾਂ 10 ਲੱਖ ਦੇਵੇਗਾ, ਅਸੀਂ 19 ਲੱਖ ਰੋਜ਼ਗਾਰ ਦੇਵਾਂਗੇ। ਸਰਕਾਰੀ ਨੌਕਰੀਆਂ ਤੇ ਰੋਜ਼ਗਾਰ, ਇਹ ਜਿਹੜਾ ਹੈਗਾ ਸੰਦਰਭ ਜਿਹੜਾ ਇੱਕ ਦੋਨੋਂ ਵੱਖਰੇ ਵੱਖਰੇ ਹੈਗੇ ਆ, ਪਰ ਆਪਾਂ ਅੱਗੇ ਵਧਾਂਗੇ। ਦੋਸਤੋ, ਜਦੋਂ ਲੋਕਲ ਇਸ਼ੂਜ਼ ਦੀ ਅਸੀਂ ਗੱਲ ਕਰਦੇ ਹੈਗੇ ਆ ਤਾਂ ਕਿਸੇ ਵੀ ਚੋਣ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਗੱਲ ਦੇਖ ਰਹੇ ਹੈਗੇ ਆ ਕਿ ਜਦੋਂ ਵੀ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਲੋਕਲ ਇਸ਼ੂਜ਼ ਜਿਹੜੀਆਂ ਔਨ ਦੀ ਫੋਰ ਆਈ ਜਾਂਦੀਆਂ, ਸਾਹਮਣੇ ਆਉਂਦੀਆਂ ਹੈਗੀਆਂ। ਔਰ ਇਹ ਕੋਈ ਵੱਡੀ ਗੱਲ ਨਹੀਂ ਜੇ ਅਸੀਂ ਇਹ ਗੱਲ ਕਹੀਏ ਕਿ ਲੋਕਲ ਇਸ਼ੂਜ਼ ਦੇ ਉੱਤੇ ਜਿਹੜੀ ਗੱਲਬਾਤ ਹੁੰਦੀ ਹੈ, ਚੋਣਾਂ ਹੁੰਦੀਆਂ, ਇਹ ਲੋਕਲ ਗਵਰਨਮੈਂਟ ਵਾਸਤੇ ਵੀ ਤੇ ਲੋਕਲ ਲੀਡਰਸ ਵਾਸਤੇ ਵੀ ਜਿਹੜਾ ਲਿਟਮਸ ਟੈਸਟ ਹੁੰਦਾ, ਐਸਿਡ ਟੈਸਟ ਹੁੰਦਾ, ਜਾਂ ਫਿਰ ਮੈਂ ਇਹ ਗੱਲ ਕਹਾਂ ਕਿ ਰੈਫਰੈਂਡਮ ਵੀ ਹੁੰਦਾ ਹੈਗਾ। ਤਾਂ ਬਿਲਕੁਲ ਬਿਹਾਰ ਦੇ ਵਿੱਚ ਵੀ ਜਿਹੜੀ ਹੈ ਉਹ ਇਹੀ ਸਟੇਜ ਜਿਹੜੀ ਹੈ ਉਹ ਬਣੀ ਹੋਈ ਹੈ ਜੀ। ਹੁਣ ਜਦੋਂ ਅਸੀਂ ਗੱਲ ਕਰਦੇ ਹੈਗੇ ਆ, ਕਿਉਂਕਿ ਬਿਹਾਰ ਕੋਵਿਡ-19 ਤੋਂ ਬਾਅਦ ਪਹਿਲਾ ਚੋਣ ਜਿਹੜੀ ਹੈਗੀ ਹੈ, ਸਭ ਤੋਂ ਪਹਿਲੀ ਚੋਣ ਇੱਥੇ ਹੋਣ ਜਾ ਰਹੀ ਹੈਗੀ ਹੈ, ਤਾਂ ਬਿਹਾਰ ਦੇ ਉੱਤੇ ਤਾਂ ਇਹਦਾ ਅਸਰ ਹੋਣਾ ਹੀ ਹੋਣਾ ਹੈਗਾ। ਪਰ ਜਿਹੜੇ ਬਾਹਰਲੇ ਜਿਹੜੇ ਸਾਡੇ ਜਿਵੇਂ ਗੱਲ ਕਰਦੇ ਆ ਕਿ ਬਾਹਰਲੇ ਜਿਹੜੇ ਸੂਬੇ ਹੈਗੇ ਆ, ਹੋਰ ਸੂਬੇ, ਕਿਉਂਕਿ ਆਉਂਦੇ ਸਾਲ ਦੇ ਵਿੱਚ ਆਉਂਦੇ ਜਿਹੜਾ ਨਵਾਂ ਸਾਲ ਹੈਗਾ 2021, ਉਹਦੇ ਪਹਿਲੇ 6 ਮਹੀਨਿਆਂ ਦੇ ਵਿੱਚ ਜਿਹੜਾ ਵੈਸਟ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ, ਇਹਨਾਂ ਸਾਰੇ ਜਿਹੜੇ ਸੂਬੇ ਹੈਗੇ ਆ, ਇਹਨਾਂ ਦੇ ਵਿੱਚ ਵੀ ਅਸੈਂਬਲੀ ਦੀਆਂ ਚੋਣਾਂ ਹੋਣਗੀਆਂ। ਤਾਂ ਜੋ ਕੁਝ ਵੀ ਹੋਏਗਾ ਬਿਹਾਰ ਦੇ ਵਿੱਚ ਉਹਦੀ ਆਊਟਕਮ ਜਿਹੜੀ ਹੈ ਉਹ ਇਹਨਾਂ ਸੂਬਿਆਂ ਦੇ ਵਿੱਚ ਵੀ ਗੂੰਜੇਗੀ। ਆਪਾਂ ਜੇ ਗੱਲ ਕਰਦੇ ਹੈਗੇ ਆ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਾਰੇ ਜਿਹੜੇ ਜਦੋਂ ਅਸੀਂ ਗੱਲ ਹੀ ਕਰ ਰਹੇ ਹਾਂ ਕਿ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਲੋਕਲ ਇਸ਼ੂਜ਼ ਜਿਹੜੇ ਆ ਉਹ ਸਾਹਮਣੇ ਆਉਂਦੇ ਹੈਗੇ ਆ। ਹਰ ਸੂਬੇ ਦੇ ਆਪਣੇ ਲੋਕਲ ਇਸ਼ੂਜ਼ ਹੈ, ਪਰ ਜਿੱਥੇ ਤੱਕ ਜਿਹੜੀ ਗੱਲ ਹੈਗੀ ਹੈ, ਬਿਹਾਰ ਦੀਆਂ ਚੋਣਾਂ ਨੇ ਇਹ ਗੱਲ ਤਾਂ ਸਾਬਤ ਕਰਨੀ ਹੀ ਕਰਨੀ ਹੈ ਕਿ ਕਿਸ ਤਰੀਕੇ ਦੀ ਸਟ੍ਰੈਟਜੀ ਜਿਹੜੀ ਹੈ ਉਹ ਚੱਲੇਗੀ ਜਾਂ ਜੇਤੂ ਸਾਬਤ ਹੋਏਗੀ। ਤਾਂ ਦੂਜੀ ਗੱਲ ਜਿਹੜੀ ਹੈ ਉਹ ਇਹ ਕਿ ਜਿਹੜੇ ਇਸ ਵੇਲੇ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਭਾਜਪਾ ਜਿਹੜੀ ਹੈ ਉਹ ਬਾਰ-ਬਾਰ ਇੱਕੋ ਹੀ ਗੱਲ ਦੇ ਉੱਤੇ ਜਿਹੜੀ ਹੈ ਕੇਂਦਰੀਕਰਨ ਦੇ ਉੱਤੇ ਆਪਣੇ ਪ੍ਰਧਾਨ ਮੰਤਰੀ ਦੇ ਨਾਮ ਦੇ ਉੱਪਰ ਜਿਹੜੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀ ਹੈਗੀ ਹੈ, ਤਾਂ ਇਹ ਪੱਤੇ ਜਿਹੜੇ ਨੇ ਉਹ ਕਿੰਨੇ ਕਾਮਯਾਬ ਹੋਣਗੇ, ਇਹ ਵੀ ਜਿਹੜਾ ਆਉਂਦੇ ਸਮੇਂ ਦੇ ਵਿੱਚ ਇਹਨੂੰ ਵੀ ਦੇਖਿਆ ਤੇ ਪਰਖਿਆ ਜਾਏਗਾ। ਬਿਹਾਰ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਐਨਡੀਏ ਦੀਆਂ 3 ਮੁੱਖ ਪਾਰਟੀਆਂ ਹੈਗੀਆਂ, ਜਨਤਾ ਦਲ ਯੂਨਾਈਟਿਡ, ਭਾਰਤੀ ਜਨਤਾ ਪਾਰਟੀ ਤੇ ਲੋਕ ਜਨਤੰਤਰਿਕ ਪਾਰਟੀ। ਰਾਮ ਵਿਲਾਸ ਪਾਸਵਾਨ ਜੋ ਕਿ ਇਸ ਵੇਲੇ ਸਟੇਜ ਦੇ ਉੱਤੇ ਨਹੀਂ ਹੈਗੇ, ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਸੀਗੀ, ਉਹਨਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ। ਪਰ ਉਹਨਾਂ ਦਾ ਬੇਟਾ ਜਿਹੜਾ ਹੈ ਉਹਨਾਂ ਦੀ ਤੇ ਆਪਸ ਦੇ ਵਿੱਚ ਜਨਤਾ ਦਲ ਯੂਨਾਈਟਿਡ ਦੀ ਨਹੀਂ ਬਣ ਰਹੀ ਹੈਗੀ। ਐਨਡੀਏ ਦੇ ਜਿਹੜੇ ਇਹਨੇ ਚਿਰਾਗ ਪਾਸਵਾਨ ਨੇ ਇਹ ਫੈਸਲਾ ਕੀਤਾ ਕਿ ਉਹ ਬਿਹਾਰ ਦੇ ਵਿੱਚ ਐਨਡੀਏ ਦਾ ਹਿੱਸਾ ਨਹੀਂ ਹੋਏਗਾ ਕਿਉਂਕਿ ਉਹ ਨਿਤਿਸ਼ ਕੁਮਾਰ ਦੇ ਨਾਲ ਮਿਲ ਕੇ ਚੋਣ ਨਹੀਂ ਲੜਨਾ ਚਾਹੁੰਦੇ ਸੀਗੇ। ਸੋ ਇਹ ਵੀ ਇੱਕ ਜਿਹੜਾ ਰੋਚਕ ਤੱਥ ਹੈਗਾ। ਇਸ ਗੱਲ ਨੇ ਇਹ ਜਿਹੜੀ ਨਵੀਂ ਡਿਵੈਲਪਮੈਂਟ ਹੈਗੀ ਹੈ ਬਿਹਾਰ ਦੇ ਵਿੱਚ, ਇਹ ਕਿੰਨਾ ਰੰਗ ਦਿਖਾਏਗੀ ਆਪਣਾ, ਇਹ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਉਹ ਸਪਸ਼ਟ ਹੋ ਜਾਏਗਾ। ਹੁਣ ਜਨਤਾ ਦਲ ਯੂਨਾਈਟਿਡ ਦੀ ਗੱਲ ਕਰ ਲੈਂਦੇ ਹੈਗੇ। ਜਨਤਾ ਦਲ ਯੂਨਾਈਟਿਡ ਤੇ ਬੀਜੇਪੀ ਦੇ ਵੀ ਆਪਸ ਦੇ ਵਿੱਚ ਜਿਹੜੇ ਸੰਬੰਧ ਹੈਗੇ ਨੇ ਕੋਈ ਬਹੁਤ ਸੁਖਾਵੇਂ ਨਹੀਂ ਹੈਗੇ। ਅਜੇ ਜਸਟ 2019 ਦੇ ਪਾਰਲੀਮੈਂਟਰੀ ਇਲੈਕਸ਼ਨ ਜਦੋਂ ਹੋਏ ਸੀਗੇ, ਤੁਹਾਨੂੰ ਯਾਦ ਹੀ ਹੋਣਾ ਦੋਸਤੋ ਕਿ 16 ਸੀਟਾਂ ਜਿਹੜੀਆਂ ਸੀਗੀਆਂ ਜਨਤਾ ਦਲ ਯੂਨਾਈਟਿਡ ਨੇ ਜਿੱਤੀਆਂ ਸੀਗੀਆਂ, ਪਰ ਫਿਰ ਵੀ ਜਿਹੜਾ ਇੱਕ ਵੀ ਮੰਤਰੀ ਜਿਹੜਾ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਜਨਤਾ ਦਲ ਯੂਨਾਈਟਿਡ ਦਾ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਇਸ ਕਰਕੇ ਨਹੀਂ ਹੈਗਾ ਕਿ ਜਿਹੜੇ ਮੰਤਰਾਲੇ, ਜਿਹੜੇ ਵਿਭਾਗ ਚਾਹੁੰਦੇ ਸੀਗੇ ਜਨਤਾ ਦਲ ਯੂਨਾਈਟਿਡ ਦੇ ਲੀਡਰ ਆਪਣੇ ਮੰਤਰੀਆਂ ਵਾਸਤੇ, ਬੀਜੇਪੀ ਨੇ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਤਲਬ ਕਿ ਇਸ ਵੇਲੇ ਜਦੋਂ ਅਸੀਂ ਗੱਲ ਕਰਦੇ ਹਾਂ ਐਨਡੀਏ ਦੀ ਗੱਲ ਕਰਦੇ ਹੈਗੇ ਆ, ਤਾਂ ਐਨਡੀਏ ਦੇ ਵਿੱਚ ਇਸ ਵੇਲੇ ਸਿਰਫ ਇੱਕ ਨੌਨ ਬੀਜੇਪੀ ਜਿਹੜਾ ਮਿਨਿਸਟਰ ਹੈ ਇਸ ਵੇਲੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ। ਇਹ ਗੱਲ ਜਿਹੜੀ ਹੈ ਇਹਦੇ ਜਿਹੜੇ ਕੀ ਇੰਪਲੀਕੇਸ਼ਨਸ ਹੋਣ ਵਾਲੀਆਂ ਹੈਗੀਆਂ, ਦੂਰ ਤੱਕ ਜਾਣਗੀਆਂ ਇਹ ਇੰਪਲੀਕੇਸ਼ਨਸ। ਇਹਨਾਂ ਨੂੰ ਵੀ ਅਸੀਂ ਜਿਹੜਾ
ਆਉਂਦੇ ਦਿਨਾਂ ਦੇ ਵਿੱਚ ਇਹ ਦੇਖਾਂਗੇ। ਹੁਣ ਦੇਖਣ ਵਾਲੀ ਗੱਲ ਕੀ ਹੈਗੀ ਹੈ, ਕੱਲ ਤੋਂ ਜਿਹੜਾ ਫਸਟ ਫੇਜ਼ ਦੇ ਚੋਣਾਂ ਜਿਹੜੀਆਂ ਉਹ ਹੋਣੀਆਂ, ਇਲੈਕਸ਼ਨ ਹੋਣਾ ਹੈਗਾ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਬੀਜੇਪੀ ਜਿਹੜੀ ਹੈ, ਭਾਰਤੀ ਜਨਤਾ ਪਾਰਟੀ, ਇਹਦੇ ਜਿਹੜੇ ਅਲਾਈਸ ਨੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਹੈਗਾ ਕਿ ਬੀਜੇਪੀ ਜਿਹੜੀ ਹੈ ਉਹਨਾਂ ਦੇ ਉੱਤੇ ਭਰੋਸਾ ਨਹੀਂ ਕਰਦੀ ਹੈਗੀ ਔਰ ਇਹ ਇਕੱਲੇ ਚੱਲਣਾ ਜਿਹੜਾ ਹੈ ਉਹ ਜ਼ਿਆਦਾ ਪਸੰਦ ਕਰਦੀ ਹੈ। ਜਦਕਿ ਬੀਜੇਪੀ ਨੂੰ, ਕਿਉਂਕਿ ਇਹਨੂੰ ਆਪਣੇ ਅਲਾਈਸ ਨੂੰ ਨਾਲ ਲੈ ਕੇ ਚੱਲਣਾ ਹੈਗਾ। ਆਪਾਂ ਥੋੜਾ ਜਿਹਾ ਇਸ ਥਾਂ ਦੇ ਉੱਤੇ ਇਹ ਵੀ ਡਿਸਕਸ ਕਰ ਲੈਂਦੇ ਹੈਗੇ ਆ ਕਿ ਬੀਜੇਪੀ ਦੇ ਜਿਹੜੇ ਅਲਾਈਸ ਸੀਗੇ, ਜਿਵੇਂ ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ, ਇਹਨਾਂ ਨੇ ਛੋੜ ਦਿੱਤਾ। ਕਿਉਂ ਛੋੜਿਆ ਬੀਜੇਪੀ ਨੂੰ? ਖਾਸ ਤੌਰ ਦੇ ਉੱਤੇ ਉਹਨਾਂ ਨੇ ਛੋੜਨ ਤੋਂ ਪਹਿਲਾਂ ਇਹ ਇਲਜ਼ਾਮ ਲਗਾਏ ਕਿ ਬੀਜੇਪੀ ਜਿਹੜੀ ਹੈ ਉਹਦੀ ਫੰਕਸ਼ਨਿੰਗ ਦੇ ਉੱਤੇ, ਉਹਦੇ ਕੰਮਕਾਰ ਕਰਨ ਦੇ ਤਰੀਕੇ ਦੇ ਉੱਤੇ ਬੇਭਰੋਸਗੀ ਜਿਹੜੀ ਸੀਗੀ ਇਹਨਾਂ ਨੇ ਜ਼ਾਹਿਰ ਕੀਤੀ ਹੈਗੀ ਹੈ। ਔਰ ਇਹੀ ਗੱਲ, ਹਾਲਾਂਕਿ ਕਿਉਂਕਿ ਨਿਤਿਸ਼ ਕੁਮਾਰ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਜ਼ਰੂਰ ਬਣਾਇਆ ਹੈਗਾ, ਪਰ ਬੀਜੇਪੀ ਚੋਣ ਪ੍ਰਚਾਰ ਕਰ ਰਹੀ ਹੈਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ। ਉਹਦੇ ਜਿਹੜੀਆਂ ਵੋਟਾਂ ਮੰਗ ਰਹੀ ਹੈਗੀ ਹੈ ਬਿਹਾਰ ਦੇ ਵਿੱਚ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਹੀ ਮੰਗ ਰਹੀ ਹੈਗੀ ਹੈ। ਤਾਂ ਦੋਸਤੋ, ਜਿਹੜਾ ਦੇਖਣ ਵਾਲੀ ਇਸ ਵੇਲੇ ਸਿਚੁਏਸ਼ਨ ਹੋਏਗੀ ਉਹ ਇਹ ਹੋਏਗੀ ਕਿ ਕੀ ਪ੍ਰਧਾਨ ਮੰਤਰੀ ਆਪਣੀ ਪਪੂਲੈਰਿਟੀ ਨੂੰ ਬਰਕਰਾਰ ਰੱਖਦੇ ਹੋਏ ਐਨਡੀਏ ਨੂੰ ਦੁਬਾਰਾ ਪਾਵਰ ਦੇ ਵਿੱਚ ਲੈ ਕੇ ਆਣਗੇ, ਜਾਂ ਫਿਰ ਜਿਹੜੀਆਂ ਵਿਰੋਧੀ ਧਿਰਾਂ ਨੇ, ਕਿਉਂਕਿ ਵਿਰੋਧੀ ਧਿਰਾਂ ਵਾਸਤੇ ਵੀ ਜਿੱਤ ਦੇ ਜਿਹੜੇ ਮਾਇਨੇ ਨੇ ਉਹ ਬਹੁਤ ਦੂਰਅੰਦੇਸ਼ੀ ਨੇ, ਕਿਉਂਕਿ ਵਿਰੋਧੀ ਧਿਰੇ ਚਾਹੁੰਦੇ ਨੇ ਕਿ ਉਹਨਾਂ ਦੀ ਆਵਾਜ਼ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਜਿਹੜੀ ਹੈਗੀ ਹੈ ਉਹ ਗੂੰਜੇ। ਤਾਂ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਹੈਗਾ ਉਹ ਬਹੁਤ ਹੀ ਰੋਚਕ ਹੈ। ਔਰ ਇਸੇ ਇਲੈਕਸ਼ਨ ਦੇ ਨਾਲ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਕਿ ਆਉਣ ਵਾਲੇ ਜਿਹੜੇ ਨਵੇਂ ਸਾਲ ਦੇ ਵਿੱਚ, ਨਵੇਂ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਜਿਹੜੇ ਦੂਸਰੇ ਰਾਜਾਂ ਦੇ ਵਿੱਚ, ਵੱਡੇ ਰਾਜਾਂ ਦੇ ਵਿੱਚ ਇਲੈਕਸ਼ਨ ਹੋਣੇ ਆ, ਉਹਨਾਂ ਦੀ ਆਊਟਕਮ ਦੇ ਉੱਤੇ ਵੀ ਇਸ ਇਲੈਕਸ਼ਨ ਦੇ ਨਤੀਜਿਆਂ ਦਾ ਰਿਜ਼ਲਟ ਜਿਹੜਾ ਹੈਗਾ ਉਹਨਾਂ ਨੂੰ ਪ੍ਰਭਾਵਿਤ ਕਰੇਗਾ। ਤਾਂ ਦੇਖਦੇ ਹਾਂ ਕਿ ਕੀ ਹੋਏਗਾ। ਆਪਾਂ ਅੱਜ ਦੀ ਡੇਟ ਦੇ ਵਿੱਚ ਆਪਣੀਆਂ ਫਿੰਗਰਸ ਕ੍ਰੋਸ ਰੱਖਦੇ ਹਾਂ ਔਰ ਇਲੈਕਸ਼ਨ ਦੇ ਰਿਜ਼ਲਟਸ ਦੀ ਇੰਤਜ਼ਾਰ ਕਰਦੇ ਹਾਂ। ਬਿਹਾਰ ਦੀਆਂ ਚੋਣਾਂ ਤੋਂ ਬਾਅਦ ਦੋਸਤੋ ਫਿਰ ਅੱਗੇ ਵਧਦੇ ਹੈਗੇ ਆ ਜੀ। ਅੱਜ ਦਾ ਜਿਹੜਾ ਦਿਨ ਹੈ, ਇਸ ਦਿਨ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਦੇ ਇਸ ਦਿਨ ਦੇ ਨਾਲ ਸੰਬੰਧਿਤ 2 ਇੰਟਰਨੈਸ਼ਨਲ ਡਿਵੈਲਪਮੈਂਟਸ ਹੈਗੀਆਂ। ਪਹਿਲੀ ਡਿਵੈਲਪਮੈਂਟ ਇਹ ਹੈਗੀ ਹੈ ਕਿ 2+2 ਡਾਇਲਾਗ ਦਿੱਲੀ ਦੇ ਵਿੱਚ ਚੱਲ ਰਿਹਾ ਸੀਗਾ ਔਰ ਇਸ ਡਾਇਲਾਗ ਦੇ ਉੱਤੇ ਜਿਵੇਂ ਕਿ ਸਾਨੂੰ ਅੰਦਾਜ਼ਾ ਲੱਗ ਰਿਹਾ ਸੀ, ਜਿਵੇਂ ਆਸ ਸੀਗੀ, ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਬੈਕਾ ਦੇ ਉੱਤੇ ਸਾਈਨ ਹੋ ਗਏ ਨੇ। ਬੈਕਾ ਮਤਲਬ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ। ਸੋ ਦੋਸਤੋ, ਜਦੋਂ ਇਹ ਐਗਰੀਮੈਂਟ ਹੈਗਾ, ਇਹਦੀ ਬੜੀ ਚਰਚਾ ਚੱਲ ਰਹੀ ਸੀਗੀ। ਤੁਸੀਂ ਜੇ ਥੋੜਾ ਜਿਹਾ ਆਪਾਂ ਥੋੜਾ ਇਤਿਹਾਸ ਦੇ ਵਿੱਚ ਚੱਲੀਏ, ਬੀਤੇ ਦਿਨਾਂ ਦੀ ਅਸੀਂ ਗੱਲ ਕਰੀਏ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚਾਈਨਾ ਦੇ ਨਾਲ ਇਸ ਵੇਲੇ ਅਸੀਂ ਆਪਣੇ ਬਾਰਡਰ ਦੇ ਉੱਤੇ ਅੱਖ ਦੇ ਵਿੱਚ ਅੱਖ ਪਾ ਕੇ ਖੜੇ ਹੋਏ ਹੈਗੇ ਆ। ਦੋਵੇਂ ਸੈਨਾਵਾਂ ਇੱਕ ਦੂਜੇ ਦੇ ਵੱਲ ਤਿਰਛੀ ਨਜ਼ਰ ਨਾਲ ਦੇਖ ਰਹੀਆਂ ਨੇ। ਸੋ ਇਸ ਕਰਕੇ ਬੈਕਾ ਦੀ ਜਿਹੜੀ ਇੰਪੋਰਟੈਂਸ ਸੀਗੀ ਉਹ ਬਹੁਤ ਜ਼ਿਆਦਾ ਹੋ ਗਈ, ਕਿਉਂਕਿ ਹੁਣ ਸਾਨੂੰ ਅਮਰੀਕਾ ਤੋਂ ਜਿਹੜੀ ਹੈ ਇਸ ਤਰੀਕੇ ਦੀ ਇੱਕ, ਤੁਸੀਂ ਕਹੋਗੇ, ਇਸ ਜਿਹੜੀ ਇਹ ਸੰਧੀ ਹੋਈ ਹੈ, ਇਹਦੇ ਨਾਲ ਸੈਟੇਲਾਈਟ ਇਮੇजेस, ਜਿਹੜੇ ਟੋਪੋਗ੍ਰਾਫਿਕ ਇਮੇजेस ਹੈਗੇ ਆ, ਉਹ ਸਾਨੂੰ ਮਿਲਣਗੇ, ਜਿਹੜਾ ਦੇ ਨਾਲ ਸਾਨੂੰ ਚਾਈਨਾ ਦੇ ਵਿੱਚ ਜਿਹੜੀ ਉਹਨਾਂ ਦੀ ਵਿਉਂਤਬੰਦੀ ਹੈਗੀ ਹੈ, ਉਹਨਾਂ ਦੇ ਹਥਿਆਰਾਂ ਦੀ ਕੀ ਜਿਹੜੀ ਪੋਜੀਸ਼ਨਿੰਗ ਹੈਗੀ ਹੈ, ਜੀਓ ਸਪੇਸ਼ੀਅਲ ਇਨਫੋਰਮੇਸ਼ਨ ਜਿਹੜੀ ਹੈ, ਇਸ ਸੰਬੰਧ ਦੇ ਵਿੱਚ ਸਾਨੂੰ ਉਹ ਅਮਰੀਕਾ ਤੋਂ ਮਿਲ ਜਾਏਗੀ। ਇਹ ਵੀ ਗੱਲ ਜਿਹੜੀ ਹੈ ਦੋਸਤੋ ਇੱਕ ਸੱਚੀ ਗੱਲ ਹੈਗੀ ਹੈ ਕਿ ਦੋਹਾਂ ਦੇਸ਼ਾਂ ਨੇ ਜਿਹੜਾ ਇਹ ਐਗਰੀਮੈਂਟ ਸਾਈਨ ਕੀਤਾ ਹੈ, ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਅਨਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਹੈ ਉਸੇ ਦਾ ਆਦਾਨ ਪ੍ਰਦਾਨ ਹੋਣਾ ਹੈ, ਪਰ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਹੈ ਉਹਦਾ ਵੀ ਆਦਾਨ ਪ੍ਰਦਾਨ ਹੋ ਸਕਦਾ ਹੈਗਾ। ਪਰ ਉਹਦੇ 'ਚ ਸ਼ਰਤ ਇਹ ਹੈਗੀ ਹੈ ਕਿ ਕਿਸੇ ਤੀਜੀ ਪਾਰਟੀ ਦੇ ਕੋਲ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਲੀਕ ਨਹੀਂ ਹੋਏਗੀ। ਸੋ ਦੋਸਤੋ, ਦੋਨੋਂ ਦੇਸ਼ਾਂ ਦੇ ਜਿਹੜੇ ਮੰਤਰੀ ਹੈਗੇ ਆ, ਸਾਡੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਤੇ ਨਾਲ ਹੀ USA ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ, ਉਹਨਾਂ ਨੇ ਇਸ ਸਮਝੌਤੇ ਦੇ ਉੱਤੇ ਸਾਈਨ ਕਰ ਦਿੱਤੇ ਨੇ। ਕਿਆਸਰਾਈਆਂ ਖਤਮ ਹੋ ਗਈਆਂ ਨੇ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਸਮਝੌਤਾ ਹੋ ਗਿਆ, ਤਾਂ ਇਸ ਸਮਝੌਤੇ ਦੇ ਮਾਇਨੇ ਕੀ ਨੇ? ਤੁਹਾਨੂੰ ਯਾਦ ਹੋਏਗਾ ਦੋਸਤੋ, ਗਲਵਾਨ ਵੈਲੀ ਦੀ ਉਹ ਘਟਨਾ 15 ਜੂਨ 2020, ਕਿਵੇਂ ਸਾਡੇ ਜਿਹੜੇ 20 ਸੈਨਿਕ ਸੀਗੇ ਉਹ ਚੀਨੀ ਹਮਲੇ ਦੇ ਵਿੱਚ ਮਾਰੇ ਗਏ। ਜਦੋਂ ਇਹ ਸੈਨਿਕ ਮਰੇ, ਉਸੇ ਦਿਨ ਹੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਔਰ ਉਸ ਦਿਨ ਇਸ ਸਮਝੌਤੇ ਦੀ ਜਿਹੜੀ ਲੀਹ ਸੀਗੀ ਉਹ ਪੈ ਗਈ ਸੀ। ਹਾਲਾਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਹ ਸਮਝੌਤਾ ਜਿਹੜਾ ਸੀ ਅਮਰੀਕਾ ਦੇ ਨਾਲ ਕਰਨਾ ਚਾਹੁੰਦੇ ਸੀਗੇ। ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਨੈਗੋਸ਼ੀਏਟ ਕਰ ਰਹੀ ਸੀ ਅਮਰੀਕਾ ਦੇ ਨਾਲ ਬੈਕਾ ਦੇ ਵਾਸਤੇ, ਪਰ ਉਹਨਾਂ ਨੂੰ ਕੁਝ ਖਦਸ਼ੇ ਸੀਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਭਾਰਤੀ ਸਿਕਿਉਰਿਟੀ ਹੈਗੀ ਹੈ ਉਹਨੂੰ ਲੈ ਕੇ ਕੁਝ ਕੰਸਰਨ ਸੀਗੇ, ਜਿਨ੍ਹਾਂ ਨੂੰ ਐਡਰੈਸ ਨਹੀਂ ਕਰ ਪਾਏ ਔਰ ਉਹ ਫੈਸਲਾ ਨਹੀਂ ਲੈ ਪਾਏ। ਔਰ ਅੱਜ ਜਿਹੜਾ ਐਨਡੀਏ ਦੀ ਇਹ ਸਰਕਾਰ ਹੈ, ਨਰਿੰਦਰ ਮੋਦੀ ਦੀ ਸਰਕਾਰ ਹੈ, ਉਹਨੇ ਇਹ ਫੈਸਲਾ ਲਿੱਤਾ ਕਿ ਡਿਫੈਂਸ ਪੈਕਟ ਜਿਹੜਾ ਹੈਗਾ ਉਹ ਅਮਰੀਕਾ ਦੇ ਨਾਲ ਸਾਈਨ ਕਰ ਲਿੱਤਾ। ਹੁਣ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਜਦੋਂ ਇੰਡੀਆ ਨੂੰ ਤਾਂ ਗੇਨ ਕੀ ਹੋ ਰਿਹਾ ਹੈਗਾ, ਇੰਡੀਆ ਨੂੰ ਸਭ ਤੋਂ ਜਿਹੜਾ ਇੱਕਦਮ ਫੌਰੀ ਜਿਹੜਾ ਗੇਨ ਹੈਗਾ ਉਹ ਇਹ ਹੈਗਾ
ਕਿ ਚਾਈਨਾ ਦੇ ਨਾਲ ਜਿਹੜੀ ਇਹ ਟੈਨਸ਼ਨ ਚੱਲ ਰਹੀ ਹੈਗੀ ਹੈ, ਤਾਂ ਚਾਈਨਾ ਦੇ ਸਬੰਧ ਦੇ ਵਿੱਚ ਜਿਹੜਾ ਸਾਡਾ ਲਗਭਗ 3500 ਕਿਲੋਮੀਟਰ ਲੰਬਾ ਬਾਰਡਰ ਹੈਗਾ, ਉਸ ਬਾਰਡਰ ਦੇ ਉੱਤੇ ਚਾਈਨਾ ਦੀ ਜਿਹੜੀ ਹੈ ਕੀ ਮੂਵਮੈਂਟ ਹੈਗੀ ਹੈ, ਕੀ ਡਿਪਲੋਇਮੈਂਟ ਹੈਗੀ ਹੈ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਨੂੰ ਆ ਜਾਏਗੀ। ਔਰ ਕਿਹੜੇ-ਕਿਹੜੇ ਵੈਪਨਸ ਨੇ ਇਹਨਾਂ ਦਾ ਪਤਾ ਵੀ ਜਿਹੜਾ ਹੈਗਾ ਉਹ ਸਾਨੂੰ ਲੱਗ ਜਾਏਗਾ। ਇਹ ਸਮਝੌਤਾ ਇੱਕਦਮ ਨਹੀਂ ਹੋਇਆ, ਇਸ ਦੇ ਪ੍ਰੀਕਰਸਰਸ ਵੀ ਨੇ, ਲੈਮੋਆ ਤੇ ਕੌਮਕਾਸਾ, ਇਹ ਦੋਨੋਂ ਜਿਹੜੇ ਸੀਗੇ ਇਹ ਪਹਿਲਾਂ ਹੀ ਸਾਈਨ ਹੋ ਚੁੱਕੇ ਸੀਗੇ, ਤੇ ਬੈਕਾ ਜਿਹੜਾ ਸੀ ਇੱਕ ਲੌਜੀਕਲ ਕਨਕਲੂਜਨ ਸੀਗਾ। ਹੁਣ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਬੈਕਾ ਜਿਹੜਾ ਹੈਗਾ ਇਹਨੂੰ ਸਾਈਨ ਕਰਨ ਤੋਂ ਬਾਅਦ ਅਮਰੀਕਾ ਨੂੰ ਜਿਹੜਾ ਇਸ ਦਾ ਕੀ ਫਾਇਦਾ ਹੋ ਸਕਦਾ ਹੈ। ਇੰਡੀਆ ਦੇ ਤਾਂ ਜਿਹੜੇ ਫਾਇਦੇ ਹੈਗੇ ਉਹ ਸਾਹਮਣੇ ਦਿਸ ਹੀ ਰਹੇ ਹੈਗੇ ਆ, ਅਮਰੀਕਾ ਨੂੰ ਕੀ ਫਾਇਦਾ ਹੋਏਗਾ। ਤੋ ਜਦੋਂ ਅਸੀਂ ਇਹ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਥੋੜਾ ਜਿਹਾ ਸੰਦਰਭ ਵੀ ਦੇਖੋ। ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੈਗਾ ਕਿ ਇਸ ਵੇਲੇ ਪੈਂਡੈਮਿਕ ਦੀ ਸਿਚੁਏਸ਼ਨ ਹੈਗੀ ਹੈ, ਕੋਵਿਡ-19 ਦਾ ਜਿਹੜਾ ਸਮਾਂ ਹੈਗਾ, ਔਰ ਕੋਵਿਡ-19 ਦੇ ਵਿੱਚ ਕਿਸੇ ਵੀ ਸਰਕਾਰ ਦਾ ਜਿਹੜਾ ਜਿੰਨੇ ਵੀ ਸਮਾਗਮ ਹੋ ਰਹੇ ਆ ਵਰਲਡ ਦੇ ਵਿੱਚ, ਈਵਨ ਯੂਨਾਈਟਿਡ ਨੇਸ਼ਨ ਦੀ ਜਿਹੜੀ ਅਸੈਂਬਲੀ ਹੈ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ, ਉਹ ਅਸੈਂਬਲੀ ਵੀ ਵਰਚੁਅਲ ਜਿਹੜੀਆਂ ਮੀਟਿੰਗਸ ਹੋਈਆਂ, ਹੋਰ ਜਿੰਨੇ ਡਿਪਲੋਮੈਟਿਕ ਐਕਟੀਵਿਟੀਜ਼ ਹੋ ਰਹੀਆਂ ਹੈਗੀਆਂ ਉਹ ਵੀ ਸਾਰੀਆਂ ਜਿਹੜੀਆਂ ਨੇ ਉਹ ਵਰਚੁਅਲ ਤੌਰ ਦੇ ਉੱਤੇ ਹੋ ਰਹੀਆਂ ਸੀ। ਪਰ ਇਹ ਜਿਹੜੀ ਇੱਕਦਮ ਦੋਨੋਂ ਮੰਤਰੀ ਜਿਹੜੇ ਨੇ ਅਮਰੀਕਾ ਦੇ ਆਏ ਹਿੰਦੁਸਤਾਨ ਦੇ ਵਿੱਚ, ਵਰਚੁਅਲੀ ਨਹੀਂ ਆਫਲਾਈਨ ਮੀਟਿੰਗ ਹੋਈ ਹੈਗੀ ਹੈ ਦੋਨਾਂ ਦੇਸ਼ਾਂ ਦੇ ਮੰਤਰੀਆਂ ਦੇ ਵਿਚਕਾਰ। ਇਹਦਾ ਮਾਇਨਾ ਕੀ ਹੈਗਾ? ਜੇ ਆਪਾਂ ਇਹ ਗੱਲ ਕਹੀਏ ਕਿ ਕੋਈ ਨਾ ਕੋਈ ਅਜਿਹੀ ਗੱਲ ਜਿਹੜੀ ਹੈ ਉਹ ਜ਼ਰੂਰ ਹੋਏਗੀ ਜਿਹਦੀ ਇੰਪੋਰਟੈਂਸ ਹੈ, ਜਿਹਦੀ ਮਹੱਤਤਾ ਹੈਗੀ ਹੈ, ਜਿਹਦੇ ਕਰਕੇ ਇਸੇ ਮਹੱਤਤਾ ਨੂੰ ਜਿਹੜਾ ਹੈਗਾ ਦਰਸਾਉਂਦੇ ਹੋਏ ਇਹ ਚਾਰੋਂ ਮੰਤਰੀ ਜਿਹੜੇ ਨੇ ਉਹ ਇੱਕ ਸ਼ਹਿਰ ਦਿੱਲੀ ਦੇ ਵਿੱਚ ਇਕੱਠੇ ਹੋਏ। ਇੱਥੇ ਇੱਕ ਗੱਲ ਇਹ ਵੀ ਮੈਂ ਦੱਸਣੀ ਚਾਹਾਂਗਾ ਕਿ ਜਿਹੜੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ, ਉਹਨਾਂ ਨੇ ਸਿਰਫ ਇੰਡੀਆ ਦਾ ਦੌਰਾ ਹੀ ਨਹੀਂ ਸੀ ਕਰਨਾ, ਇਸ ਤੋਂ ਬਾਅਦ ਸ਼੍ਰੀਲੰਕਾ, ਇੰਡੋਨੇਸ਼ੀਆ ਤੇ ਮਾਲਦੀਵਸ ਵੀ ਜਾਣਾ ਹੈਗਾ। ਤੋ ਇਹ ਦੋ ਗੱਲਾਂ ਨੇ ਕਿ ਇੱਕ ਤਾਂ ਇਹ ਕਿ ਪੈਂਡੈਮਿਕ ਦੇ ਵਿੱਚੋਂ ਇੰਡੀਆ ਇਹ ਸਮਝੌਤਾ ਕੀਤਾ ਹੈਗਾ, ਦੈਟ ਮੀਨਸ ਕਿ ਜਿਹੜੀ ਅਮਰੀਕਾ ਦੀ ਜਿਹੜੀ ਸਰਕਾਰ ਹੈ, ਟਰੰਪ ਐਡਮਿਨਿਸਟ੍ਰੇਸ਼ਨ ਹੈ ਇਸ ਵੇਲੇ, ਉਹਦਾ ਜਿਹੜਾ ਇੰਟਰਸਟ ਹੈਗਾ ਇੰਡੀਆ ਦੇ ਨਾਲ, ਇਹ ਦਰਸਾਉਂਦਾ ਹੈਗਾ ਕਿ ਉਹ ਕਲੋਜ਼ਲੀ ਦੋਨੋਂ ਦੇਸ਼ ਜਿਹੜੇ ਨੇ ਉਹ ਕੰਮ ਕਰਨਾ ਚਾਹੁੰਦੇ ਹੈਗੇ। ਔਰ ਨਾਲ ਹੀ ਕਿਉਂਕਿ ਜਿਹੜੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ, ਉਹਨਾਂ ਨੇ ਇੰਡੋਨੇਸ਼ੀਆ ਵੀ ਜਾਣਾ, ਸ਼੍ਰੀਲੰਕਾ ਵੀ ਜਾਣਾ, ਮਾਲਦੀਵਸ ਵੀ ਜਾਣਾ, ਤਾਂ ਇਹਦਾ ਮਤਲਬ ਇਹ ਹੈਗਾ ਕਿ ਇੰਡੋ ਪੈਸੀਫਿਕ ਰੀਜਨ ਨੂੰ ਵੀ ਜਿਹੜੀ ਉਹਨਾਂ ਨੇ ਇੱਕ ਰਣਨੀਤਿਕ ਪਾਲਿਸੀ ਬਣਾਈ ਹੋਈ ਹੈਗੀ ਹੈ ਚਾਈਨਾ ਨੂੰ ਕੰਟੇਨ ਕਰਨ ਦੀ, ਉਹਦੇ ਵਾਸਤੇ ਵੀ ਜਿਹੜੀ ਉਹਨਾਂ ਦੀ ਪ੍ਰਤੀਬੱਧਤਾ ਹੈਗੀ ਹੈ ਉਹ ਸਾਹਮਣੇ ਆਉਂਦੀ ਹੈ। ਸੋ ਇਹ ਤਾਂ ਸੀ ਦੋਸਤੋ ਪਹਿਲੀ ਜਿਹੜੀ ਗੱਲ ਇੰਪੋਰਟੈਂਟ, ਪਹਿਲੀ ਮਹੱਤਵਪੂਰਨ ਗੱਲ। ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਹੈਗੀ ਹੈ ਉਹ ਇਹ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੇ ਹੈਗੇ। ਅਮੂਮਨ ਡਿਪਲੋਮੈਟਿਕ ਐਕਟੀਵਿਟੀ ਜਿਹੜੀ ਹੈਗੀ ਹੈ, ਕਿਉਂਕਿ 3 ਨਵੰਬਰ ਨੂੰ ਇਲੈਕਸ਼ਨ ਹੋਣਾ ਹੈਗਾ, ਜਸਟ ਹਫ਼ਤੇ ਦੀ ਜਿਹੜੀ ਵਿੱਥ ਹੈਗੀ ਹੈ ਉਹ ਹੈ ਅੱਜ ਦੇ ਇਸ ਇਵੈਂਟ ਤੇ, ਜਿਹੜਾ 3 ਨਵੰਬਰ ਨੂੰ ਇਲੈਕਸ਼ਨ ਹੈਗਾ। ਔਰ ਇਸ ਇਲੈਕਸ਼ਨ ਦੇ ਬਾਵਜੂਦ ਜੇ ਅਮਰੀਕਾ ਇੱਥੇ ਆ ਰਿਹਾ ਹੈ ਔਰ ਆ ਕੇ ਸਾਡੇ ਨਾਲ ਇਹ ਮਹੱਤਵਪੂਰਨ ਜਿਹੜਾ ਸਮਝੌਤਾ ਹੈਗਾ ਉਹਨੇ ਸਾਈਨ ਕੀਤਾ, ਤਾਂ ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਵੀ ਹੋ ਸਕਦਾ ਹੈਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਬੈਕਾ ਸਮਝੌਤਾ ਹੈਗਾ ਭਾਰਤ ਨੂੰ ਰਣਨੀਤਿਕ ਤੌਰ ਦੇ ਉੱਤੇ ਸਟਰੋਂਗ ਬਣਾਉਣ ਦੀ ਜਿਹੜੀ ਅਮਰੀਕਾ ਦੀ ਇਹ ਕੋਸ਼ਿਸ਼ ਹੈਗੀ ਹੈ, ਸ਼ਾਇਦ ਇਹਦਾ ਫਾਇਦਾ ਜਿਹੜਾ ਟਰੰਪ ਨੂੰ ਇਲੈਕਸ਼ਨਸ ਦੇ ਵਿੱਚ ਮਿਲ ਜਾਏ। ਭਾਰਤੀ ਜਿਹੜੀ ਕਮਿਊਨਿਟੀ ਹੈ, ਸਟਰੋਂਗ ਇੰਡੀਅਨ ਕਮਿਊਨਿਟੀ ਜਿਹੜੀ ਹੈ ਅਮਰੀਕਾ ਦੇ ਵਿੱਚ, ਉਹ ਸ਼ਾਇਦ ਟਰੰਪ ਦੇ ਲਈ ਵੋਟ ਕਰੇ। ਇਹ ਉਹਨਾਂ ਦੀ ਜਿਹੜੀ ਹੈ ਉਹ ਆਸ ਹੋ ਸਕਦੀ ਹੈਗੀ ਹੈ। ਇੱਕ ਹੋਰ ਗੱਲ, ਕਿਉਂਕਿ ਜਿਹੜਾ ਜਿਵੇਂ ਮੈਂ ਪਹਿਲਾਂ ਹੀ 2 ਗੱਲਾਂ ਕੀਤੀਆਂ ਹੈਗੀਆਂ ਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਵਾਲਾ ਹੈਗਾ, ਪੈਂਡੈਮਿਕ ਦਾ ਦੌਰ ਹੈਗਾ, ਤਾਂ ਵੀ ਇਹ ਸਮਝੌਤਾ ਹੋ ਰਿਹਾ, ਤਾਂ ਇਹਦਾ ਮਤਲਬ ਕੀ ਹੈਗਾ ਕਿ ਇੱਕ ਕਲੀਅਰ ਟਾਰਗੇਟ ਹੈ ਇਸ ਗੱਲ ਦਾ। ਉਹ ਟਾਰਗੇਟ ਕੌਣ ਹੈਗਾ? ਚਾਈਨਾ। ਕਿਉਂਕਿ ਇੰਡੀਆ ਦੇ ਨਾਲ ਇਸ ਵੇਲੇ ਜਿਸ ਤਰ੍ਹਾਂ ਦੇ ਵੀ ਰਿਲੇਸ਼ਨ ਨੇ, ਬਾਰਡਰ ਦੇ ਉੱਤੇ ਟੈਨਸ਼ਨ ਹੈਗੀ ਹੈ, ਤਾਂ ਇੱਕ ਮੈਸੇਜ ਜਿਹੜਾ ਉਹ ਚਾਈਨਾ ਨੂੰ ਜਾ ਰਿਹਾ ਹੈਗਾ ਕਿ ਹੁਣ ਜਿਹੜਾ ਇੰਡੀਆ ਹੈ ਉਹਨੇ ਵੀ ਜਿਹੜੀ ਉਹਦੀ ਸੈਨਿਕ ਤਿਆਰੀ ਹੈਗੀ ਹੈ ਉਹਨੂੰ ਇੱਕ ਬੂਸਟ ਮਿਲਿਆ ਹੈਗਾ। ਤੋ ਇਹ ਜਿਹੜੇ ਇਸ ਵੇਲੇ ਜਿਵੇਂ ਅਸੀਂ ਗੱਲ ਕਰਦੇ ਹੈਗੇ ਆ ਕਿ ਇਸ ਜਿਹੜਾ ਸਮਝੌਤਾ ਹੈਗਾ, ਇਸ ਦੇ ਇਹ ਪੱਖ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਹੈਗੇ ਆ। ਇੱਕ ਗੱਲ ਹੋਰ ਦੋਸਤੋ ਮੈਂ ਤੁਹਾਡੇ ਨਾਲ ਕਰਨੀ ਚਾਹੂੰਗਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਆ ਆਪਣੇ ਆਪ ਨੂੰ ਕਿਸੇ ਸੁਪਰ ਪਾਵਰ ਨਾਲੋਂ ਘੱਟ ਨਹੀਂ ਸਮਝਦਾ, ਰਾਦਰ ਆਪਣੇ ਆਪ ਨੂੰ ਇਵੋਲਵਿੰਗ ਜਿਹੜੀ ਹੈ ਉਹ ਨੰਬਰ 1 ਕੰਟਰੀ ਜਿਹੜਾ ਉਹ ਬਣਨਾ ਚਾਹੁੰਦਾ ਹੈਗਾ। ਇਹ ਐਂਬੀਸ਼ਨ ਉਹਦਾ ਬਿਲਕੁਲ ਕਲੀਅਰ ਹੈਗਾ। ਤਾਂ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਇੰਡੀਆ ਤਾਂ ਇਵੋਲਵ ਹੋ ਰਿਹਾ ਹੈਗਾ, ਇੰਡੀਅਨ ਇਕਨੋਮੀ ਦੀ ਗੱਲ ਕਰ ਸਕਦੇ ਆ, ਇੰਡੀਅਨ ਸਟ੍ਰੈਟੇਜਿਕ ਅਲਾਈਅੰਸਿਸ ਦੀ ਗੱਲ ਕਰ ਸਕਦੇ ਹੈਗੇ ਆ, ਪਰ ਦੂਜੇ ਪਾਸੇ ਅਮਰੀਕਾ ਜਿਹੜਾ ਹੈ ਉਹ ਓਨਾ ਸਟਰੋਂਗ ਨਹੀਂ ਰਿਹਾ ਜਿੰਨਾ ਕੋਲਡ ਵਾਰ ਸਮਿਆਂ ਦੇ ਵਿੱਚ ਸੀਗਾ। ਔਰ ਇਸ ਕਰਕੇ ਅਮਰੀਕਾ ਤੇ ਇੰਡੀਆ ਦੀ ਜਿਹੜੀ ਇਹ ਸਾਂਝੇਦਾਰੀ ਹੈਗੀ ਹੈ, ਇਹਦੇ ਕੁਝ ਹੋਰ ਵੀ ਮਾਇਨੇ ਜਿਹੜੇ ਹੈਗੇ ਆ ਉਹ ਹੋ ਸਕਦੇ ਨੇ। ਜੇ ਅਸੀਂ ਚਾਈਨਾ ਦੀ ਗੱਲ ਕਰਦੇ ਆ ਤਾਂ ਚਾਈਨਾ ਇਹੀ ਗੱਲ ਕਹਿੰਦਾ ਹੈਗਾ ਕਿ ਅਮਰੀਕਾ ਨੇ ਆਪਣੇ ਹਥਿਆਰ ਇੰਡੀਆ ਨੂੰ ਵੇਚਣੇ ਹੈਗੇ ਆ, ਤਾਂ ਇਸ ਕਰਕੇ ਜਿਹੜਾ ਉਹ ਇੰਡੀਆ ਨੂੰ ਇਸ ਤਰੀਕੇ ਦੇ ਜਿਹੜੇ ਲੁਭਾਵਣੇ ਸੌਦੇ ਜਿਹੜੇ ਹੈ ਉਹ ਦੇ ਕੇ ਜਾ ਰਿਹਾ ਹੈਗਾ। ਪਰ ਅਸੀਂ ਜਿਹੜੀ ਗੱਲ ਕਰਦੇ ਹੈਗੇ ਆ ਉਹ ਇਹ ਕਿ ਇੰਡੀਆ ਜੇ ਇਸ ਵੇਲੇ ਆਪਣੀਆਂ ਗੋਟੀਆਂ ਸਹੀ ਤਰੀਕੇ ਦੇ ਨਾਲ ਖੇਡਦਾ ਹੈਗਾ
क्योंकि पहलों ही ये गल सारी दुनिया मंदी हैगी है कि अमेरिका का दबदबा उन्ना नहीं रहा। अमेरिका अपना दबदबा ਵਧਾਉਣ वास्ते इंडिया ਨੂੰ ਜਿਹੜਾ ਹੈ ਉਹ इस्तेमाल करना चाहता है इंडो पैसिफिक ਦੇ ਵਿੱਚ ਖਾਸ ਤੌਰ ਦੇ ਉੱਤੇ, ਔਰ ਚਾਈਨਾ ਨੂੰ ਕੰਟੇਨ ਕਰਨਾ ਚਾਹੁੰਦਾ ਹੈਗਾ। ਅਸੀਂ ਫਿਰ ਜੇ ਇਹ ਗੱਲ ਕਰੀਏ ਕਿ ਇੰਡੀਆ ਜੇ ਇਸ ਵੇਲੇ ਆਪਣੀਆਂ ਗੋਟੀਆਂ ਸਹੀ ਤਰੀਕੇ ਦੇ ਨਾਲ ਖੇਡਦਾ ਹੈਗਾ ਤਾਂ ਉਹਨੂੰ ਨਾ ਕੇਵਲ ਜਿਹੜੇ ਰਾਜਦੂਤ ਅਸੀਂ ਕਹਿ ਸਕਦੇ ਹਾਂ ਡਿਪਲੋਮੈਟਿਕ ਰਿਲੇਸ਼ਨਸ਼ਿਪਸ ਜਿਹੜੇ ਨੇ ਉਹ ਆਪਣੇ ਸਟਰੋਂਗ ਕਰ ਸਕਦਾ, ਬਲਕਿ ਰਣਨੀਤਿਕ ਜਿਹੜੀਆਂ ਸਾਂਝੇਦਾਰੀਆਂ ਹੈਗੀਆਂ ਉਹਨਾਂ ਨੂੰ ਵੀ ਉਹ ਮਜ਼ਬੂਤ ਕਰ ਸਕਦਾ। ਪਰ ਸ਼ਰਤ ਇੱਕੋ ਹੀ ਹੈ ਦੋਸਤੋ ਕਿ ਇਸ ਵੇਲੇ ਇੰਡੀਆ ਨੂੰ ਜਿਹੜੀ ਆਪਣੀ ਚੁਆਇਸ ਹੈ ਉਹ ਬਿਲਕੁਲ ਉਹਦੀ ਕਲੀਅਰ ਹੋਣੀ ਚਾਹੀਦੀ ਹੈ, ਔਰ ਉਹਦਾ ਟਾਰਗੇਟ ਜਿਹੜਾ ਹੈਗਾ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ। ਔਰ ਇਹ ਵੀ ਨਾਲ ਗੱਲ ਕਿ ਆਂਦਾ ਜਿਹੜਾ ਸਮਾਂ ਹੈਗਾ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹ ਬਾਈਪੋਲਰ ਵਰਲਡ ਜਿਹੜਾ ਹੈਗਾ ਨਹੀਂ ਹੈਗਾ। ਸੋਵੀਅਤ ਯੂਨੀਅਨ ਤੇ USA ਦੀ ਗੱਲ ਜਿਹੜੀ ਸੀ ਉਹ ਹੋਰ ਸੀਗੀ ਜਦੋਂ ਇੰਡੀਆ ਨੇ ਨਾਨ ਅਲਾਈਨਡ ਰਹਿਣਾ ਜਿਹੜਾ ਸੀਗਾ ਉਹ ਪਸੰਦ ਕੀਤਾ ਸੀਗਾ। ਇਸ ਵੇਲੇ ਚਾਈਨਾ ਤੇ ਅਮਰੀਕਾ ਜਿਹੜੀਆਂ ਦੋ ਬੇਸ਼ੱਕ ਵੱਡੀਆਂ ਤਾਕਤਾਂ ਜਿਹੜੀਆਂ ਦੁਨੀਆ ਦੇ ਵਿੱਚ ਲੱਗਦਾ ਹੈਗਾ ਸਾਨੂੰ ਕਿ ਇਸ ਵੇਲੇ ਹੈਗੀਆਂ, ਪਰ ਦੂਜੇ ਪਾਸੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਤਰੀਕੇ ਦਾ ਬਾਈਪੋਲਰ ਵਰਲਡ ਹੈਗਾ ਜਿਹੜਾ ਕੋਲਡ ਵਾਰ ਦੇ ਸਮਿਆਂ ਦੇ ਉੱਤੇ ਸੀਗਾ। ਇਸ ਕਰਕੇ ਇੰਡੀਆ ਨੂੰ ਇਹ ਵੀ ਸੋਚ ਕੇ ਚੱਲਣਾ ਚਾਹੀਦਾ ਕਿ ਆਪਣੇ ਜਿਹੜੇ ਰਿਲੇਸ਼ਨ ਹੈਗੇ ਆ ਉਹ ਸਾਰੇ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਨਾਲ ਦੋਸਤਾਨਾ ਬਣਾਏ। ਬੇਸ਼ੱਕ ਉਹਦੀ ਜਿਹੜੀ ਟਿਲਟ ਹੈਗੀ ਹੈ ਥੋੜੀ ਬਹੁਤ ਸੰਤੁਲਨ ਜਿਹੜਾ ਹੈ ਉਹ ਨਾ ਹੋਏ, ਪਰ ਦੂਜੇ ਪਾਸੇ ਕਿਸੇ ਨੂੰ ਨਾਰਾਜ਼ ਜਿਹੜਾ ਹੈ ਉਹ ਨਾ ਕਰੇ, ਤਾਂ ਉਹਦੀ ਬਿਹਤਰੀ ਜਿਹੜੀ ਉਹਦੇ ਵਿੱਚ ਹੀ ਇੰਡੀਆ ਦੀ ਜਿਹੜੀ ਹੈ ਉਹ ਬਿਹਤਰੀ ਹੈ। ਬਾਕੀ ਆਉਂਦੇ ਦਿਨਾਂ ਦੇ ਵਿੱਚ ਕੀ ਡਿਵੈਲਪਮੈਂਟਸ ਹੋਰ ਹੁੰਦੀਆਂ ਹੈਗੀਆਂ, ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਿਸਟਮ ਹੈਗਾ ਜੀਓਪੋਲਿਟਿਕਸ ਦਾ ਇਹ ਅੱਗੇ ਵੱਧਦਾ ਹੈਗਾ ਉਹ ਸਾਹਮਣੇ ਨਜ਼ਰ ਆਏਗਾ, ਕਿਉਂਕਿ 3 ਤਰੀਕ ਨੂੰ ਇਲੈਕਸ਼ਨ ਹੋਣੇ ਨੇ। ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਵੀ ਆਣਗੇ ਉਹ ਰਿਜ਼ਲਟਸ ਜਿਹੜੇ ਨੇ ਕਿਸ ਪਾਰਟੀ ਦੀ ਫੇਵਰ ਦੇ ਵਿੱਚ ਆਣਗੇ ਉਹਦੇ ਉੱਤੇ ਵੀ ਬੈਕਾ ਦੀ ਜਿਹੜੀ ਆਊਟਕਮ ਹੈਗੀ ਹੈ ਉਹ ਡਿਪੈਂਡ ਕਰਦੀ ਹੈ। तो आओ फिर देखते हैं कि की होएगा आंदे दिनों दे विच।